ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। ਹਾਲ ਹੀ ਦੇ ਵਿੱਚ ਹੋਈਆਂ ਓਨਟਾਰੀਓ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਮੈਜੋਰਿਟੀ ਦੇ ਨਾਲ ਜਿੱਤ ਹਾਸਲ ਕੀਤੀ ਤੇ ਨਾਲ ਹੀ ਇਹ ਪਹਿਲੀ ਵਾਰ ਸੀ ਜਦ ਦੋ ਪਾਰਟੀ ਦੇ ਲੀਡਰਸ ਨੇ ਇਕੱਠਿਆਂ ਅਸਤੀਫਾ ਦਿੱਤਾ ਹੋਵੇ। ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹਿਣਗੀਆਂ ਤੇ ਨਾਲ ਹੀ ਓਨਟਾਰੀਓ ਦੀ ਲਿਬਰਲ ਪਾਰਟੀ ਦਾ ਭਵਿੱਖ ਕਿਵੇਂ ਹੋਵੇਗਾ, ਇਸ ਸੰਬੰਧੀ ਵਿਸਥਾਰ ਦੇ ਵਿੱਚ ਗੱਲਬਾਤ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਹਨ ਪੋਲੀਟੀਕਲ ਐਨਾਲਿਸਟ ਨਿਰਮਲ ਢੀਂਡਸਾ। ਸਤਿ ਸ਼੍ਰੀ ਅਕਾਲ ਨਿਰਮਲ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ। ਥੈਂਕ ਯੂ ਜੀ। ਨਿਰਮਲ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਓਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ 2 ਜੂਨ ਨੂੰ ਤੇ ਪੀਸੀ ਪਾਰਟੀ ਨੇ ਇੱਕ ਮੈਜੋਰਿਟੀ ਸੈਕੰਡ ਟਾਈਮ ਮੈਜੋਰਿਟੀ ਦੇ ਨਾਲ ਜਿੱਤ ਹਾਸਲ ਕੀਤੀ ਹੈ। ਓਨਟਾਰੀਓ ਤੇ ਇੱਕ ਵਾਰੀ ਫਿਰ ਤੋਂ ਕਬਜ਼ਾ ਕੀਤਾ ਹੈ। ਹੁਣ ਸੈਕੰਡ ਟਰਮ ਕਿਸ ਤਰ੍ਹਾਂ ਰਹੇਗੀ ਇਹਨਾਂ ਦੀ? ਬਿਲਕੁਲ ਤੁਸੀਂ ਠੀਕ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਇਟਸ ਅ ਹਿਸਟਰੀ, ਦੇ ਮੇਡ ਦੀ ਹਿਸਟਰੀ ਜੀ। 124 ਸੀਟਾਂ ਦੇ ਵਿੱਚੋਂ ਕੰਜ਼ਰਵੇਟਿਵ ਪਾਰਟੀ ਲੈ ਕੇ ਗਈ ਹੈ 83 ਐਂਡ ਇਟਸ ਮਾਰਬਲਸ। ਐਂਡ ਇਸ ਇਲੈਕਸ਼ਨ ਨੇ ਇਕੱਲਾ ਕੰਜ਼ਰਵੇਟਿਵ ਪਾਰਟੀ ਨਹੀਂ ਜਿਤਾਇਆ ਬਲਕਿ ਜਿਹੜੀ ਅਪੋਜੀਸ਼ਨ ਸੀ ਉਹਨਾਂ ਦੇ ਵਿੱਚ ਵੀ ਭਾਰੀ ਤਬਦੀਲੀ ਕੀਤੀ, ਭਾਰੀ ਡਿਸਅਪੁਆਇੰਟਮੈਂਟ ਹੋਈ ਹੈ। ਐਂਡ ਜਿਹੜੀ ਅਪੋਜੀਸ਼ਨ ਐਟ ਵਨ ਪੁਆਇੰਟ ਤੇ ਤਾਂ ਇੱਥੇ ਆ ਗਈ, ਦੇ ਆਲਮੋਸਟ ਐਡਮਿਟਡ ਡਿਫੀਟ, ਦੇ ਵਰ ਫਾਈਟਿੰਗ ਕਿ ਹੂ ਗੋਨਾ ਕਮ ਔਨ ਸੈਕੰਡ ਜੀ। ਐਂਡ ਪਲੱਸ ਇਹ ਮੈਂ ਬੜੀਆਂ ਇੱਥੇ ਇਲੈਕਸ਼ਨਾਂ ਦੇਖੀਆਂ, ਪਾਰਟੀਸਪੇਟ ਵੀ ਕੀਤਾ, ਮੈਂ ਆਪ ਵੀ ਹਿੱਸਾ ਲਿਆ, ਇੱਕ ਦਫਾ ਮੈਂ ਵੀ ਖੜ੍ਹਾ ਸੀ। ਮੈਨੂੰ ਇਹ ਤੋਂ ਡਲ ਇਲੈਕਸ਼ਨ ਹੀ ਕੋਈ ਲੱਗੀ, ਕੋਈ ਲੱਗਾ ਹੀ ਨਹੀਂ ਪਈ ਦੇ ਇਲੈਕਸ਼ਨ ਹੋ ਰਹੀ ਹੈ। ਕੋਈ ਤੁਹਾਡੇ ਦੇ ਡੋਰ 'ਤੇ ਨਹੀਂ ਆਇਆ, ਕੋਈ ਇਸ਼ੂ ਨਹੀਂ ਉੱਭਰਮਾ ਆਇਆ, ਕੋਈ ਜਿਹੜੇ ਲੋਕ ਜਿਹੜੇ ਅੱਗੇ ਕੁਐਸਚਨ ਕਰੀਦੇ ਸੀ ਉਹ ਨਹੀਂ ਕੋ ਹੋਇਆ। ਸੋ ਔਨ ਦੀ ਐਂਡ ਆਫ ਏ ਡੇ ਆਈ ਥਿੰਕ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਲੀਡਰ ਹੈ ਮਿਸਟਰ ਫੋਰਡ, ਉਹ ਵਧਾਈ ਦਾ ਪਾਤਰ ਹੈ। ਵਟ ਇਜ਼ ਕੰਜ਼ਰਵੇਟਿਵ ਪਾਰਟੀ? ਐਕਚੁਅਲੀ ਫੋਰਡ ਪਾਰਟੀ। ਮੈਂ ਤਾਂ ਸਮਝੂੰਗਾ ਇਹਨਾਂ ਇਲੈਕਸ਼ਨਾਂ 'ਚ ਫੋਰਡ ਦੇ ਕਰਕੇ ਹੀ ਕੰਜ਼ਰਵੇਟਿਵ ਪਾਰਟੀ ਨੂੰ ਇੰਨੀਆਂ ਵੋਟਾਂ ਮਿਲੀਆਂ। ਔਰ ਫੋਰਡ ਉਹ 218 ਵਾਲਾ ਫੋਰਡ ਨਹੀਂ। ਜਦੋਂ 218 'ਚ ਫੋਰਡ ਆਇਆ ਤਾਂ ਪਬਲਿਕ ਓਪੀਨੀਅਨ ਪੋਲ ਦੇ ਵਿੱਚ ਇਹ ਟੋਟਲੀ ਥੱਲੇ ਸੀ ਐਂਡ ਇਹ ਸਮਝਿਆ ਜਾਂਦਾ ਸੀ ਇਹ ਟਰੰਪ ਦਾ ਛੋਟਾ ਬ੍ਰਦਰ ਆ। ਐਂਡ ਹੀ ਚੇਂਜਡ। ਬਿਲਕੁਲ ਉਧਰੋਂ ਪੈਂਡੇਮਿਕ ਆ ਗਿਆ, ਦੈਨ ਹੀ ਗੋਟ ਦੀ ਐਕਸਪੋਜ਼ਰ ਇਨ ਫਰੰਟ ਆਫ ਦੀ ਮੀਡੀਆ ਐਵਰੀ ਡੇ। ਫਿਰ ਉਹਦੀ ਸਿੰਸੈਰਿਟੀ, ਉਹਦੀ ਬੋਡੀ ਲੈਂਗੁਏਜ, ਉਹਦੀ ਪਰਸਨੈਲਿਟੀ, ਉਹਨੇ ਜਿਸ ਹਿਸਾਬ ਦੇ ਨਾਲ ਜਿੱਦਾਂ ਉਹਨੂੰ ਮੈਨੇਜ ਕੀਤਾ ਕੋਵਿਡ ਨੂੰ, ਐਂਡ ਦੈਟਸ ਵਾਈ ਪੀਪਲ, ਲੋਕਾਂ ਨੇ ਉਹਨੂੰ ਲਾਈਕ ਕੀਤਾ। ਆਈ ਥਿੰਕ ਐਂਡ ਆਫ ਏ ਡੇ ਫੋਰਡ ਵਰ ਚੇਂਜਡ, ਦੈਨ ਪੀਪਲ ਵਰ ਚੇਂਜ ਟੂ। ਲੋਕਾਂ ਨੇ ਵੀ ਆਪਣਾ ਐਟੀਟਿਊਡ ਚੇਂਜ ਕੀਤਾ ਟੂਵਰਡਸ ਹਿਮ। ਸੋ ਇਹਨਾਂ ਇਲੈਕਸ਼ਨਾਂ ਵਿੱਚ ਦੇਖੋ, ਇੱਕ ਤਾਂ ਇਹ ਆ ਕਿ ਓਨਟਾਰੀਓ ਸੂਬਾ ਕੈਨੇਡਾ ਦਾ ਬਹੁਤ ਇੰਪੋਰਟੈਂਟ ਸੂਬਾ। ਓਨਟਾਰੀਓ ਇਜ਼ ਦੀ ਰਿਚੈਸਟ ਪ੍ਰੋਵਿੰਸ ਆਫ ਕੈਨੇਡਾ। ਓਨਟਾਰੀਓ ਇਜ਼ ਦੀ ਮੋਸਟ ਪਾਪੂਲੇਟਡ ਪ੍ਰੋਵਿੰਸ ਆਫ ਕੈਨੇਡਾ ਐਂਡ ਓਨਟਾਰੀਓ ਇਜ਼ ਦੀ ਮੋਸਟ ਇਸਟੈਬਲਿਸ਼ਡ, ਕਿਉਂਕਿ anything happens in Ontario that affects whole Canada. ਹਾਂਜੀ। Ontario ਢੱਡਿਆ and Ontario is Canada, Canada is Ontario. So that is why ਜਿਹੜੀ ਇੱਥੇ ਕੋਈ ਹੈਪਨਿੰਗ ਹੁੰਦੀ ਹੈ ਓਨਟਾਰੀਓ ਦੇ ਵਿੱਚ, that affects the whole country. ਫੋਰਡ ਨੇ ਜਿਹਨੂੰ ਚਾਹਿਆ ਉਹਨੂੰ ਇਹਨੇ ਟਰਾਈ ਕੀਤੀ ਹੈ ਮਿਨਿਸਟਰੀ, ਜਿਹੜੇ ਪਹਿਲਾਂ ਸੀ ਮਿਨਿਸਟਰ ਉਹਨਾਂ ਨੂੰ ਉੱਥੇ ਰੱਖਣ ਦੀ, ਪਲੱਸ ਇਹਨੇ ਜਿਹੜੇ ਹੋਰ ਐਡ ਕੀਤੇ ਆ, 2-3 ਗੱਲਾਂ ਉਹਨੇ ਕੀਤੀਆਂ। ਇੱਕ ਤਾਂ ਉਹਨੇ ਮਿਨੋਰਟੀ ਨੂੰ ਇੰਨੀ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ, ਕਿਉਂਕਿ ਦੂਜੀ ਵੂਮਨ ਨੂੰ ਵੀ ਇੰਨੀ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ, ਕਿਉਂਕਿ ਜਿਹੜੀ ਵੂਮਨ ਆ ਸਿਰਫ 7 ਹੀ ਬਣਾਈਆਂ 30 ਦੇ ਵਿੱਚੋਂ, ਹੋਰ ਬਣਨੀਆਂ ਚਾਹੀਦੀਆਂ ਸੀ। ਕਿਉਂਕਿ ਵੂਮਨ ਹੁਣ ਫੈਡਰਲੀ ਟਰੂਡੋ ਨੇ ਉਹ ਕਹਿੰਦਾ ਮੈਂ ਵੂਮਨਾਈਜ਼ ਰਿਹਾ, ਉਹਨੇ ਜੈਂਡਰ ਜਿਹੜੀ ਇਕੁਐਲਿਟੀ ਹੈ ਉਹਨੇ 50-50 ਰੱਖੀ ਹੈ। ਓਨਟਾਰੀਓ 'ਚ ਵਾਈ ਦੇयर ਇਜ਼ ਸੋ ਮਚ ਡਿਫਰੈਂਸ ਇਨ ਓਨਟਾਰੀਓ। ਸੋ ਦੂਸਰਾ, ਪਹਿਲੀ ਦਫਾ ਬਣ ਕੇ ਆਇਆ ਉਹਦਾ ਭਤੀਜਾ ਨੈਫਿਊ, ਉਹਨੂੰ ਆਉਂਦੇ ਨੂੰ ਮਿਨਿਸਟਰ ਬਣਾਤਾ। ਉਹਦੇ ਤੇ ਵੀ ਕਾਫੀ ਸਵਾਲ ਉੱਠੇ ਸੀ। ਉਹਦੇ ਤੇ ਕਾਫੀ ਸਵਾਲ ਉੱਠੇ ਆ। ਜਿਹੜੇ ਪਿਛਲੇ 4 ਸਾਲ ਸੀ ਹੀ ਵਾਜ਼ ਲੱਕੀ। ਕੋਵਿਡ ਆ ਗਿਆ, ਕੋਵਿਡ ਆਉਣ ਨਾਲ ਲੋਕੀ ਘਰੀ ਬਹਿ ਗਏ, ਫਿਰ ਫੈਡਰਲ ਗੌਰਮੈਂਟ ਨੇ ਬੜੇ ਪੈਸੇ ਸਿੱਟ ਦਿੱਤੇ ਮਾਰਕੀਟ 'ਚ ਅਤੇ ਇਹਨੂੰ ਕ੍ਰੈਡਿਟ ਕਾਫੀ ਮਿਲ ਗਿਆ। ਐਂਡ ਜਿਹੜਾ ਹੋਣ ਵਾਲਾ ਟਾਈਮ ਹੈ, ਇਕੋਨਮੀ ਇਜ਼ ਕਮਿੰਗ ਆਊਟ ਆਫ ਕੋਵਿਡ, economy is slipping, economy is slowing down, economy high inflation, high interest rate is coming,
ਐਂਡ ਜਿਹੜੀ ਲੇਬਰ ਆ ਦੇ ਆਰ ਗੈਟਿੰਗ ਰੈਡੀ ਆਈ ਥਿੰਕ ਹਿਜ਼ ਹਨੀਮੂਨ will be over very shortly, very soon. And ਟੀਚਰਸ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੀ ਕਦੀ ਬਣੀ ਨਹੀਂ, ਟੀਚਰਸ ਯੂਨੀਅਨ ਦੇ ਨਾਲ। ਈਵਨ ਕੋਵਿਡ ਤੋਂ ਪਹਿਲਾਂ ਵੀ ਟੀਚਰਸ ਦੇ ਨਾਲ ਰਗੜਾ ਝਗੜਾ ਇਹਨਾਂ ਦਾ ਚੱਲਦਾ ਸੀ, ਕਿਉਂਕਿ ਇਹਨਾਂ ਦੀ ਜਿਹੜੀਆਂ ਕਲਾਸਾਂ ਉਹ ਜਿਹੜਾ ਸਟੀਵਨ ਹੈ, ਜਿਹੜਾ ਐਜੂਕੇਸ਼ਨ ਮਿਨਿਸਟਰ ਆ, ਉਹਦੇ ਨਾਲ ਰਗੜਾ ਝਗੜਾ ਚੱਲਦਾ ਸੀ ਕਿ ਜਿਹੜੀ ਯੂਨੀਅਨ ਆ ਉਹ ਕਹਿੰਦੇ ਸੀ ਕਿ ਕਲਾਸ ਦੀ ਜਿਹੜੀ ਗਿਣਤੀ ਆ ਉਹ ਘਟਾਓ, ਐਂਡ ਇਹਨਾਂ ਨੇ ਉਹ ਵਧਾ ਕੇ ਪਤਾ ਨਹੀਂ 27 28 ਕਰ ਦਿੱਤੀ। ਹੁਣ ਇੱਕ ਟੀਚਰ ਹੈ ਜਿਹੜਾ ਉਹ 27 ਬੱਚਿਆਂ ਨੂੰ ਪੜ੍ਹਾ ਰਿਹਾ, ਕਿੰਨੀ ਕੁ ਅਟੈਂਸ਼ਨ ਦੇ ਸਕੋ? ਇੱਕ ਤਾਂ ਇਹ ਬਿਗੇਸਟ ਇਸ਼ੂ ਇਹ ਆ ਰਿਹਾ। ਵੈਰੀ ਸੂਨ 2-3 ਮਹੀਨਿਆਂ ਤੱਕ ਉਹਨਾਂ ਦਾ ਕੰਟਰੈਕਟ ਆ ਰਿਹਾ, ਐਂਡ ਵੀ ਗੋਨਾ ਸੀ ਵਾਟਸ ਗੋਨਾ ਹੈਪਨ। ਇਹਦੇ ਪਬਲਿਕ EMPLOYEES ਯੂਨੀਅਨ ਹੈ ਉਹ ਵੀ ਦੇ ਆਰ ਗੈਟਿੰਗ ਰੈਡੀ। ਐਵਰੀਬੋਡੀ ਸੇਇੰਗ ਕਿ ਹਾਈ ਇਨਫਲੇਸ਼ਨ ਹੈ and we are losing money every day, give us more wages, so let's see what happens। ਜੀ ਜੀ, ਸੈਕਿੰਡ ਟਰਮ 'ਚ ਹਮੇਸ਼ਾ ਅਸੀਂ ਦੇਖਿਆ ਕਿ ਲੋਕਾਂ ਦੀਆਂ ਉਮੀਦਾਂ ਜ਼ਿਆਦਾ ਹੁੰਦੀਆਂ ਨੇ, ਸੋ ਕਿਸ ਤਰ੍ਹਾਂ ਦੀ ਐਕਸਪੈਕਟੇਸ਼ਨ ਹੁਣ ਲੱਗਦਾ ਤੁਹਾਨੂੰ ਕਿ ਲੋਕਾਂ ਨੂੰ ਡਗਫੋਰਡ ਗਵਰਨਮੈਂਟ ਤੋਂ ਹੋਏਗੀ? ਲੋਕਾਂ ਨੂੰ ਡਗਫੋਰਡ ਤੋਂ ਦੇਖੋ ਇਟਸ ਏ ਬਿਗ ਚੈਲੰਜ, ਨਾਟ ਇਕੱਲੇ ਓਨਟੇਰੀਓ ਲਈ, ਚੈਲੰਜ ਫॉर ਕੈਨੇਡਾ, ਚੈਲੰਜ ਫॉर ਦੀ ਹੋਲ ਵਰਲਡ। ਜਿੱਦਾਂ ਮੈਂ ਤੁਹਾਨੂੰ ਇਹ ਪਿਛਲੇ ਦਿਨ ਜਿਹੜੀ ਰਿਪੋਰਟ ਆਈ ਹੈ ਵਰਲਡ ਬੈਂਕ ਦੀ, ਉਹਨਾਂ ਨੇ ਗਰੋਥ ਜਿਹੜੀ 4.1 ਤੋਂ ਘਟਾ ਕੇ 2.9 ਕਰ ਦਿੱਤੀ। ਐਂਡ ਓਨਟੇਰੀਓ ਦੇ ਵਿੱਚ ਵੀ, ਓਨਟੇਰੀਓ ਇਜ਼ ਪਾਰਟ ਆਫ ਦੀ ਵਰਲਡ, ਜੇ ਹਾਈ ਇਨਫਲੇਸ਼ਨ ਦਾ ਬਾਕੀ ਸਾਰੇ ਦੁਨੀਆ 'ਤੇ ਅਸਰ ਹੋਣਾ, ਕੈਨੇਡਾ ਦੇ ਉੱਤੇ ਅਸਰ ਹੋਣਾ, ਅਤੇ ਇੱਥੇ ਵੀ ਅਸਰ ਹੋਣਾ। ਐਂਡ ਦੇਰ ਗੋਨਾ ਵੀ ਹਾਈ ਇਨਫਲੇਸ਼ਨ ਨੇ, ਜਿੱਥੇ ਹਾਈ ਇਨਫਲੇਸ਼ਨ ਨੇ, ਹਾਈ ਇੰਟਰਸਟ ਰੇਟ, ਐਂਡ ਹਾਈ ਇੰਟਰਸਟ ਰੇਟ ਦਾ ਜਿਹੜਾ ਇਫੈਕਟ ਆ, ਆਪਾਂ ਦਵਾ ਖਾਂਦੇ ਉਹਦਾ ਸਾਈਡ ਇਫੈਕਟ ਹੁੰਦਾ ਨਾ, ਇੱਦਾਂ ਹਾਈ ਇੰਟਰਸਟ ਰੇਟ ਦਾ ਜਿਹੜਾ ਸਾਈਡ ਇਫੈਕਟ ਆ, ਹਾਈ ਇਨਫਲੇਸ਼ਨ ਦਾ ਜਿਹੜਾ ਸਾਈਡ ਇਫੈਕਟ ਆ, ਉਹ ਹੋਣਾ ਸਲੋ ਇਕੋਨਮੀ। ਦੈਨ ਦੇਰ ਗੋਨਾ ਬੀ ਸਟੈਗਫਲੇਸ਼ਨ, ਇਨਫਲੇਸ਼ਨ, ਸਟੈਗਫਲੇਸ਼ਨ, ਸਲੋ ਇਕੋਨਮੀ, ਲੇ ਆਫਸ, ਐਂਡ ਜਿਹੜੀਆਂ ਲੋਕਾਂ ਦੀਆਂ ਐਕਸਪੈਕਟੇਸ਼ਨਸ, then they're going to be, then who people going to blame to? Or they always blame to the government। ਨਿਰਮਲ ਜੀ, ਜੇ ਅਸੀਂ ਬ੍ਰੈਂਪਟਨ ਦੀ ਗੱਲ ਕਰੀਏ ਤੇ ਬ੍ਰੈਂਪਟਨ ਨੂੰ ਇਹ ਜਿੱਤ ਕਿਸ ਤਰ੍ਹਾਂ ਬੈਨੀਫਿਟ ਕਰੇਗੀ? ਬ੍ਰੈਂਪਟਨ 'ਚ 66% ਤਾਂ ਮਿਨੋਰਟੀਜ਼ ਰਹਿੰਦੇ ਆ। ਬ੍ਰੈਂਪਟਨ ਇੱਕ ਯੂਨੀਕ ਸਿਟੀ ਹੈ। ਬ੍ਰੈਂਪਟਨ ਦੇ ਵਿੱਚ ਇੰਡਸਟਰੀ ਕੋਈ ਨਹੀਂ, ਸਿਰਫ ਇੱਕ ਆਟੋ ਇੰਡਸਟਰੀ ਹੈ। ਬ੍ਰੈਂਪਟਨ ਇਜ਼ ਆਲਸੋ ਪਾਰਟ ਆਫ ਕੈਨੇਡਾ, ਜੋ ਕੁਝ ਬਾਕੀਆਂ ਦੇ ਉੱਤੇ ਅਸਰ ਹੋਊਗਾ ਬ੍ਰੈਂਪਟਨ ਦੇ ਉੱਤੇ ਵੀ ਹੋਣਾ। ਪਰ ਬ੍ਰੈਂਪਟਨ ਨੇ ਐਤਕੀ ਜਿਹੜਾ ਫਤਵਾ ਦਿੱਤਾ ਫੋਰਡ ਦੇ ਹੱਕ ਵਿੱਚ, 5 ਰਾਈਡਿੰਗ ਸੀ, 5 ਦੀਆਂ 5 ਹੀ ਰਾਈਡਿੰਗਸ ਕੰਜ਼ਰਵੇਟਿਵ ਪਾਰਟੀ ਨੇ ਦਿੱਤੀਆਂ। ਇੱਦਾਂ ਲੱਗਦਾ ਵੀ ਇਹਦੀ ਵੇਵ ਸੀ। ਹੁਣ ਜਿਹੜੇ ਉਹਨਾਂ ਦੇ ਲੋਕਾਂ ਦੀਆਂ ਐਕਸਪੈਕਟੇਸ਼ਨਸ ਆ, ਬ੍ਰੈਂਪਟਨ ਵਾਲੇ ਚਾਹੁੰਦੇ ਆ ਵੀ ਸਾਨੂੰ ਇੱਥੇ ਯੂਨੀਵਰਸਿਟੀ ਬਣਨੀ ਚਾਹੀਦੀ ਹੈ, ਉੱਥੇ ਗੋ ਟ੍ਰੇਨ ਵੀ ਜਾਣੀ ਚਾਹੀਦੀ ਹੈ। ਹੁਣ ਕਿੰਨਾ ਕੁਛ ਕਰ ਸਕਦੇ ਫੋਰਡ ਸਾਹਿਬ, ਕਿੰਨਾ ਕਰ ਸਕਦੇ? ਫਿਰ ਬ੍ਰੈਂਪਟਨ ਦੇ ਵਿੱਚ ਹਸਪਤਾਲ ਇੱਕ ਆ, ਪਾਪੂਲੇਸ਼ਨ ਵਧੀ ਜਾ ਰਹੀ ਹੈ। ਤੁਸੀਂ ਕਦੀ ਐਮਰਜੈਂਸੀ ਉੱਥੇ ਵਾਰਡ ਜਾ ਕੇ ਤਾਂ ਦੇਖੋ ਕਿੰਨੇ ਘੰਟੇ ਤੁਹਾਨੂੰ ਵੇਟ ਕਰਨਾ ਪੈਂਦਾ, ਵੇਟਿੰਗ ਟਾਈਮ ਕਿੰਨਾ। ਸੋ ਦੇਰ ਲੋਟ ਆਫ ਇਸ਼ੂਜ਼ ਫॉर ਦੀ ਬ੍ਰੈਂਪਟਨ। ਜੀ ਨਿਰਮਲ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਸਾਡੀ ਗੱਲਬਾਤ ਚੱਲ ਰਹੀ ਹੈ ਪੋਲੀਟੀਕਲ ਐਨਾਲਿਸਟ ਨਿਰਮਲ ਢੀਂਡਸਾ ਜੀ ਦੇ ਨਾਲ। ਢੀਂਡਸਾ ਜੀ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਓਨਟੇਰੀਓ ਦੇ ਭਵਿੱਖ ਦੀ, ਹੁਣ ਜਿਹੜੀ ਇਲੈਕਸ਼ਨਸ ਹੋਈਆਂ ਨੇ, ਪਹਿਲੀਆਂ ਵਿਧਾਨ ਸਭਾ ਚੋਣਾਂ ਸੀ ਜਦ 2 ਮੇਜਰ ਪਾਰਟੀਜ਼ ਦੇ ਲੀਡਰਸ ਨੇ ਇੱਕੋ ਟਾਈਮ ਤੇ ਰਿਜ਼ਾਈਨ ਦਿੱਤਾ ਹੋਵੇ। ਸਰਪ੍ਰਾਈਜ਼ਿੰਗ, ਇਟਸ ਅ ਸਰਪ੍ਰਾਈਜ਼, ਇਟਸ ਆਈ ਥਿੰਕ ਦੇ ਮੇਡ ਹਿਸਟਰੀ। ਫੋਰਡ ਨੇ ਪਹਿਲਾਂ ਤਾਂ ਇੰਨੀ ਜਿੱਤ ਪ੍ਰਾਪਤ ਕੀਤੀ, ਉਹ ਹਿਸਟਰੀ। ਫੋਰਡ ਨੇ ਇਕੱਲੀ ਜਿੱਤ ਨਹੀਂ ਪ੍ਰਾਪਤ ਕੀਤੀ, ਫੋਰਡ ਨੇ ਅੱਜ ਤੱਕ ਕਦੀ ਸੁਣਿਆ ਨਹੀਂ ਸੀ ਕਿ ਜਿਹੜੀਆਂ ਟ੍ਰੇਡ ਯੂਨੀਅਨਸ ਆ ਉਹ ਕੰਜ਼ਰਵੇਟਿਵ ਪਾਰਟੀ ਨੂੰ ਸਪੋਰਟ ਕਰਨਗੀਆਂ। ਕਿ ਬਹੁਤ ਸਾਰੀਆਂ ਟ੍ਰੇਡ ਯੂਨੀਅਨਸ ਨੇ ਕੰਜ਼ਰਵੇਟਿਵ ਪਾਰਟੀ ਨੂੰ ਸਪੋਰਟ ਕੀਤਾ ਜੀ। ਕਦੀ ਇੱਦਾਂ ਵੀ ਨਹੀਂ ਸੀ ਸੁਣਿਆ ਕਿ ਜਿਹੜੀ ਮੇਜਰ ਪਾਰਟੀ ਹੈ ਲਿਬਰਲ ਪਾਰਟੀ, ਉਹ ਪਿਛਲੀ ਦਫਾ ਰਹਿ ਗਈ ਸੀ 7 ਸੀਟਾਂ 'ਤੇ, ਐਂਡ ਐਕਸਪੈਕਟ ਕੀਤਾ ਜਾਂਦਾ ਸੀ ਜਦੋਂ ਇਲੈਕਸ਼ਨ ਕਾਲ ਕੀਤੀ ਹੈ ਉਦੋਂ ਉਹ 2nd ਪਲੇਸ 'ਤੇ ਸੀ। ਇਲੈਕਸ਼ਨਾਂ ਦੇ ਵਿੱਚ ਪਤਾ ਨਹੀਂ ਉਹਨਾਂ ਨੇ ਉਹ ਮੋਮੈਂਟਮ ਨੂੰ ਬਿਲਡ ਨਹੀਂ ਕਰ ਸਕੇ। ਤੁਸੀਂ ਦੇਖੋ ਜਿਹੜੀ ਫੋਰਡ ਦੇ ਵਿੱਚ ਮਿਸਟੇਕਸ ਵੀ ਫੋਰਡ ਨੇ ਬੜੀਆਂ ਕੀਤੀਆਂ ਸੀ, ਉਹਨੂੰ ਹਾਈਲਾਈਟ ਨਹੀਂ ਕਰ ਸਕੇ, ਰਾਈਟ। ਅਪੋਜੀਸ਼ਨ ਨੇ ਕੋਈ ਤਗੜੀ ਸਟਰੋਂਗ ਫਾਈਟ ਨਹੀਂ ਦਿੱਤੀ,
ਉਹ ਤਾਂ ਆਲਮੋਸਟ ਕੋਲੈਪਸ ਹੋ ਗਈ। ਹੁਣ ਕੀ ਬਣੂਗਾ? ਫਿਰ ਜੀ NDP 40 ਸੀਟਾਂ ਤੋਂ ਘਟ ਕੇ 7 ਸੀਟਾਂ ਉਹ ਲੂਜ਼ ਕਰ ਲਈਆਂ ਐਂਡ NDP ਦੀ ਲੀਡਰ ਚਾਰ ਉਹਨੇ ਇਲੈਕਸ਼ਨ ਲੜੀਆਂ, ਉਹਨੂੰ ਵੀ ਉਹਦਾ ਵੀ ਔਰ ਉਹਦੇ ਵੀ ਖਿਲਾਫ ਜਿਹੜੀ ਰੈਂਕ ਐਂਡ ਫਾਈਲ ਦੇ ਵਿੱਚੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਸ਼ੀ ਅਨਾਊਂਸ ਸ਼ੀ ਗੋਨਾ ਰਿਜ਼ਾਈਨ। ਸੋ ਇਹ ਤਾਂ ਲਿਬਰਲਸ ਵਾਲਿਆਂ ਨੂੰ ਹੁਣ ਕੋਈ ਚੰਗਾ ਲੀਡਰ ਚਾਹੀਦਾ, ਚੰਗੇ ਇਸ਼ੂ ਚਾਹੀਦੇ ਆ ਜੇ ਉਹਨਾਂ ਨੇ ਵਾਪਸ ਰਿਵਾਈਵ ਹੋਣਾ। ਫਿਰ ਇੱਕ ਹੋਰ ਹੋਇਆ, ਸ਼ਾਇਦ ਇਹ ਵੀ ਬਿਗ ਰੋਲ ਪਲੇ ਕਰ ਰਿਹਾ ਕਿ ਜਿਹੜੀ NDP ਆ ਉਹ ਲੈਫਟ ਹੈ, ਲਿਬਰਲਸ ਅਜੀਬ ਸਿਚੁਏਸ਼ਨ ਹੋ ਰਹੀ ਹੈ। ਲਿਬਰਲਸ NDP ਦੀ ਥਾਂ ਲੈ ਰਹੇ ਆ। ਜਿੰਨੇ ਸਲੋਗਨਸ ਆ ਫੈਡਰਲੀ ਤੁਸੀਂ ਦੇਖੋ, ਜਿਹੜਾ ਟਰੂਡੋ ਦੇ ਜਿੰਨੇ ਐਕਸ਼ਨਸ ਆ, ਟਰੂਡੋ ਦੇ ਜਿੰਨੇ ਸਲੋਗਨ ਆ, ਟਰੂਡੋ ਦੀ ਜਿੰਨੀਆਂ ਪਿਛਲੀ ਇਲੈਕਸ਼ਨਾਂ ਤੋਂ ਬਾਅਦ ਵੀ, ਉਹ ਤਾਂ ਸਾਰੇ NDP ਦੇ ਏਜੰਡਾ ਕੈਰੀ ਕਰੀ ਜਾ ਰਿਹਾ। ਐਂਡ ਜਿਹੜਾ NDP ਆ ਉਹ ਹੁਣ ਮੈਨੂੰ ਪਤਾ ਨਹੀਂ ਗਾਂ ਉਹ ਗ੍ਰੀਨ ਪਾਰਟੀ ਜਾਊ, NDP ਕੀ ਕਰੂ। ਐਂਡ ਲੋਕਾਂ ਨੇ, ਓਨਟੇਰੀਓ ਦੇ ਲੋਕਾਂ ਨੇ ਦੇ ਮਨਾਂ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ ਕਿ ਜਿਹੜੀ ਲਿਬਰਲ ਅਤੇ NDP ਦੇ ਵਿੱਚ ਕੀ ਫ਼ਰਕ ਹੈ, ਕੀ ਲਿਬਰਲ ਅਤੇ NDP ਜਿਹਦਾ ਫੈਡਰਲੀ ਇਕੱਠੇ ਹੋ ਗਏ, ਇੱਥੇ ਵੀ ਇੱਦਾਂ ਇਕੱਠੇ ਹੋ ਜਾਣਗੇ। ਸੋ ਆਈ ਡੋਂਟ ਨੋ। ਇਸ ਵੇਲੇ ਬਹੁਤ ਸਾਰੇ ਕਈ ਸਰਕਲ ਦੇ ਵਿੱਚ ਇਹ ਵੀ ਗੱਲ ਚੱਲ ਰਹੀ ਹੈ ਕਿ ਸੱਚੀ ਲਿਬਰਲ ਪਾਰਟੀ ਦੀ ਲੋੜ ਹੈ। ਲਿਬਰਲ ਪਾਰਟੀ ਦੇ ਜਿਹੜੇ 7-8 MPP ਆ, ਉਹਨਾਂ ਨੂੰ ਚਾਹੀਦਾ ਚੁੱਪ ਕਰਕੇ NDP ਦੇ ਵਿੱਚ ਰਲ ਜਾਣ, ਰਾਈਟ। ਐਂਡ ਇੱਦਾਂ ਮੇਰਾ ਖਿਆਲ ਹੋਣਾ ਨਹੀਂ, ਪਰ ਦੈਟਸ ਵਾਟ ਇੱਕ ਇੱਦਾਂ ਦੀ ਗੱਲ ਚੱਲ ਰਹੀ ਹੈ, ਦੇ ਸ਼ੁੱਡ ਡੂ ਦੈਟ, ਦੇਰ ਗੋਨਾ ਬੀ ਚੇਂਜ। ਕਿੱਦਾਂ ਦੀ ਚੇਂਜ ਹੋਊਗੀ ਵੀ ਡੋਂਟ ਨੋ, ਕਿਉਂਕਿ ਹਲ ਇਹਨਾਂ ਨੇ ਦੋਨਾਂ ਪਾਰਟੀਆਂ ਨੇ ਕਨਵੈਨਸ਼ਨਾਂ ਕਰ ਰਹੀਆਂ, ਦੋਨਾਂ ਪਾਰਟੀਆਂ ਨੇ ਲੀਡਰ ਲਿਆਉਣਾ, ਦੋਨਾਂ ਪਾਰਟੀਆਂ ਨੇ ਐਂਡ ਕਿਹੜੇ ਸਲੋਗਨ ਦਊਗੇ। ਹੁਣ ਜਿਹੜੀ ਰਹੀ ਫੋਰਡ ਦੀ ਸਿਚੁਏਸ਼ਨ, ਫੋਰਡ ਇਜ਼ ਨਾਟ ਏ ਕੰਜ਼ਰਵੇਟਿਵ। ਫੋਰਡ ਉਹ ਫੋਰਡ ਨਹੀਂ ਜਿਹੜਾ 218 ਸੀ। ਫੋਰਡ ਹੈਵ ਸ਼ਿਫਟਡ। ਫੋਰਡ ਤਾਂ ਲਿਬਰਲ ਬਣਦਾ ਜਾ ਰਿਹਾ। ਹੁਣ ਤੁਸੀਂ ਦੇਖੋ ਕੈਥਰੀਨ ਵੇਨ ਸੀ, ਉਹਨੇ ਜਿਹੜਾ ਰੱਖਿਆ ਸੀ ਪੈਸੇ, ਉਹਨੇ ਡੈਫਿਸਿਟ ਕ੍ਰੀਏਟ ਕੀਤਾ ਸੀ, ਉਹਨੇ ਡੈਟ ਕ੍ਰੀਏਟ ਕੀਤਾ ਸੀ। ਇਸ ਵੇਲੇ ਓਨਟੇਰੀਓ ਸ਼ਹਿਰ 300 ਬਿਲੀਅਨ ਤੋਂ ਉੱਪਰ ਡੈਟ ਆ। ਐਂਡ ਜਿਹੜਾ ਡੈਫਿਸਿਟ ਆ ਫੋਰਡ ਨੇ ਵਧਾ ਕੇ 19.1% ਤੱਕ ਲੈ ਗਿਆ, ਰਾਈਟ। ਇਹਨੇ ਇਹ ਦੱਸਿਆ ਨਹੀਂ ਕਿ ਹੀ ਪਿਛਲੇ 2018 'ਚ ਇਹਨੇ ਕਿਹਾ ਸੀ ਕਿ ਹੀ ਗੋਨਾ ਬੈਲੈਂਸ ਦੀ ਬਜਟ ਬਿਫੋਰ ਨੈਕਸਟ ਇਲੈਕਸ਼ਨ। ਇਹ ਇਲੈਕਸ਼ਨ ਹੋਣ ਤੋਂ ਪਹਿਲਾਂ ਇਹਨੇ ਉਹ ਡੈਫਿਸਿਟ ਹੋਰ ਵਧਾ ਦਿੱਤਾ ਕਿਉਂਕਿ ਇਹਦੇ ਕੋਲ ਇੱਕ ਬਹਾਨਾ ਮਿਲ ਗਿਆ COVID-19 ਦਾ। ਐਂਡ ਹੁਣ ਇਹ ਦੇਖਣਗੇ ਓਨਟੇਰੀਓ ਦੇ ਲੋਕੀ, ਬਹੁਤ ਸਾਰੇ ਇਕੋਨੋਮਿਸਟ, ਬਹੁਤ ਸਾਰੇ ਲੋਕੀ ਇਹ ਲਾਈਕ ਨਹੀਂ ਕਰਦੇ ਕਿਉਂਕਿ ਹਾਈ ਜਿਹੜਾ ਇਨਫਲੇਸ਼ਨ, ਹਾਈ ਦੂਸਰੀ ਡੈਫਿਸਿਟ, ਹਾਈ ਡੈਟ, ਐਵਰੀਥਿੰਗ ਹਾਈ ਐਂਡ who gonna pay the price? ਜੀ ਗਾਂ ਜਿਹੜੇ ਸਾਡੇ ਕਿਡਸ ਆ, ਦੇ ਗੋਨਾ ਪੇ ਦੀ ਪ੍ਰਾਈਸ। ਜੀ ਨਿਰਮਲ ਜੀ, ਜਿਸ ਤਰ੍ਹਾਂ ਤੁਸੀਂ ਲਿਬਰਲ ਪਾਰਟੀ ਦੀ ਗੱਲ ਕੀਤੀ ਹੈ, ਸੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਟੀਵਨ ਡੈਲ ਡਿਊਕਾ ਜਿਹੜਾ ਸੀਗਾ ਲਿਬਰਲ ਲੀਡਰ, ਹੀ ਸਮਹਾਉ ਫੇਲਡ ਟੂ ਪਰਫਾਰਮ। ਸੋ ਉਹਨਾਂ ਨੂੰ ਨਹੀਂ ਸਮਝਿਆ ਕਿ ਕਿਸ ਤਰ੍ਹਾਂ ਪਾਰਟੀ ਦੀ ਜਿਹੜੀ ਇਮੇਜ ਹੈ ਉਹ ਵਾਪਸ ਲੈ ਕੇ ਆਉਣੀ ਹੈ। ਸੋ ਕੀ ਲੱਗਦਾ ਤੁਹਾਨੂੰ ਕਿਹੜੇ ਇਸ਼ੂ ਸੀਗੇ ਜਿੱਥੇ ਲਿਬਰਲਸ ਠੀਕ ਤਰ੍ਹਾਂ ਦੇ ਨਾਲ ਸਟੈਂਡ ਨਹੀਂ ਕਰ ਪਾਏ ਨੇ, ਜਿਹੜੀ ਇਮੇਜ ਉਹਨਾਂ ਨੂੰ ਵਾਪਸ ਲਿਆਉਣੀ ਚਾਹੀਦੀ ਸੀ ਉਹ ਨਹੀਂ ਲਿਆ ਪਾਏ? ਕਿਉਂਕਿ ਜਦੋਂ ਅਸੀਂ ਉਹਨਾਂ ਦੀ ਅਨਾਊਂਸਮੈਂਟਸ ਦੀ ਗੱਲ ਕਰੀਏ, ਕੈਂਪੇਨ ਅਨਾਊਂਸਮੈਂਟਸ ਜਿਹੜੀਆਂ ਸੀਗੀਆਂ ਉਹ ਮੋਸਟਲੀ ਸਿਰਫ ਇਨਵੈਸਟਮੈਂਟਸ 'ਤੇ ਹੀ ਸੀਗੀਆਂ। ਦੇਖੋ ਇਸ਼ੂ ਤਾਂ ਬਹੁਤ ਸੀ। ਫੋਰਡ ਨੇ ਬਥੇਰੀਆਂ ਮਿਸਟੇਕਸ ਕੀਤੀਆਂ, ਇਹ ਉਭਾਰ ਹੀ ਨਹੀਂ ਸਕੇ। ਹੁਣ ਜਦ ਫਾਰ ਗਿਵ ਯੂ ਐਨ ਐਗਜ਼ਾਮਪਲ, ਫਾਰ ਬਰੈਂਪਟਨ ਹੈ, ਬਰੈਂਪਟਨ 'ਚ ਇੱਕ ਹਸਪਤਾਲ ਹੈ, ਹਸਪੀਟਲ 'ਚ ਕਿੰਨੀਆਂ ਲਾਈਨਾਂ। ਨਾ ਇਹਦੇ ਬਾਰੇ NDP ਨੇ ਗੱਲ ਕੀਤੀ, ਨਾ ਇਹਦੇ ਬਾਰੇ ਲਿਬਰਲ ਨੇ ਗੱਲ ਕੀਤੀ, ਰਾਈਟ। ਐਂਡ ਫਿਰ ਕਿੰਨੀ ਅਨਪਲਾਈਮੈਂਟ ਹੈ, ਇਹ ਫਿਰ ਕਿੰਨੇ ਸਟੂਡੈਂਟ ਹੁਣ ਆਈ ਜਾ ਰਹੇ ਆ, ਕੋਈ ਪਲੈਨਿੰਗ ਨਹੀਂ। ਜਿਹੜਾ ਮਰਜ਼ੀ ਕੋਈ ਕਾਲਜ ਰਜਿਸਟਰ ਕਰਾ ਲਵੇ ਤਾਂ ਉੱਥੋਂ ਇੱਕ ਬੰਦਾ ਉੱਥੇ ਏਜੰਟ ਰੱਖ ਲਓ, ਜਿੰਨੇ ਮਰਜ਼ੀ ਪੈਸੇ ਬਣਾਈ ਜਾਓ, ਹਿਊਮਨ ਸਮਗਲਿੰਗ ਜਿੰਨੀ ਮਰਜ਼ੀ ਕਰੀ ਜਾਓ। ਇਹ ਸੂਬੇ ਦੇ ਅੰਡਰ ਆਉਂਦਾ। ਉਹ ਤੋਂ ਬਾਅਦ ਫਿਰ ਇਹਨੇ ਟ੍ਰੇਡ ਯੂਨੀਅਨ ਦੀ, ਫਿਰ ਇਹਦਾ ਕਨਫਰੰਟੇਸ਼ਨ ਸੀ ਟੀਚਰਾਂ ਦੇ ਨਾਲ, ਉਹਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਮਤਲਬ ਦੇ ਡਿਡਨਟ ਨੋ, ਇਸ਼ੂ ਦੀ ਕੋਈ ਗੱਲ ਹੀ ਨਹੀਂ ਕੀਤੀ। ਐਕਚੁਅਲੀ ਹੋਇਆ ਇਹ ਆ ਕਿ ਜਿਹੜਾ ਏਜੰਡਾ ਸੀ, ਇਲੈਕਸ਼ਨ ਏਜੰਡਾ, ਉਹ ਸਾਰਾ ਹੀ ਫੋਰਡ ਨੇ ਰਨ ਕੀਤਾ। ਦੇ ਕੇਮ ਅੰਡਰ ਦੀ ਟਰੈਪ ਆਫ ਫੋਰਡ ਏਜੰਡਾ। ਅਪੋਜੀਸ਼ਨ ਕੁਛ ਇਹਨਾਂ ਨੇ ਉਭਾਰਿਆ ਹੀ ਨਹੀਂ ਕੋਈ ਇਸ਼ੂ। ਹਾਂ ਇੱਕ ਕਹਿਤਾ
ਕਿ ਜੀ ਬਕ ਏ ਰਾਈਡ, ਉਹ ਜਿਹੜੀ ਬਕ ਏ ਰਾਈਡ ਸੀ ਉਹਨੇ ਸਗੋਂ ਬੈਕਫਾਇਰ ਕੀਤਾ। ਹੁਣ ਤੁਸੀਂ ਵਿੰਡਜ਼ਰ ਤੋਂ ਇੱਥੇ ਤੱਕ ਆਉਣ 'ਚ $1 ਤੁਸੀਂ ਚਾਰਜ ਕਰੋਗੇ ਐਂਡ ਕਿੰਨੀ ਸਬਸਿਡੀ ਬਣ ਜਾਂਦੀ ਹੈ। ਹੁਣ ਇਸ ਵੇਲੇ ਤਾਂ ਮੇਰੇ ਕੋਲ ਪੂਰੀਆਂ ਫਿਗਰਾਂ ਨਹੀਂ, ਮੇਰਾ ਹਾਲ ਜੇ ਕਿਸੇ ਨੇ ਨਿਆਗਰਾ ਫਾਲ ਤੋਂ ਆਉਣਾ ਬਾਕੀ ਰਾਈਡ $700 ਬਣ ਜਾਂਦਾ ਇਹ ਮੰਥ, 750 ਈਚ ਪਰਸਨ ਮਲਟੀਪਲਾਈ ਵਿਦ ਦੀ ਪਾਪੂਲੇਸ਼ਨ ਐਵਰੀ ਡੇ, ਕਿੰਨਾ ਹੋ ਜਾਣਾ ਸੀ, ਕਿੰਨੀ ਸਬਸਿਡੀ। ਮਤਲਬ ਬਿਨਾਂ ਹੀ ਸੋਚੇ ਸਮਝੇ, ਬਿਨਾਂ ਹੀ ਗਿਣਤੀ ਕੀਤਿਆਂ ਤੁਸੀਂ ਉੱਦਾਂ ਹੀ ਹਵਾ 'ਚ ਛੱਡ ਦਿਓ। ਇਹ ਪੀਪਲ ਵਰ ਲਾਫਿੰਗ। ਜਦੋਂ ਹੁਣ ਪਿਛਲੀ ਦਫਾ ਫੋਰਡ ਨੇ ਕਿਹਾ ਸੀ ਕਿ ਬਾਕੇ ਬੀਅਰ, ਅਸੀਂ ਤਾਂ ਦੇਖੀ ਨਹੀਂ ਬਾਕੇ ਬੀਅਰ ਜੀ, ਰਾਈਟ। ਸੋ ਇੱਦਾਂ ਬਹੁਤ ਸਾਰੀਆਂ ਸੀ ਸਿਚੁਏਸ਼ਨ। ਫਿਰ ਇਹਨੇ ਪੁਲਿਸ ਦੇ ਵਿੱਚ ਇੱਕ ਪੁਲਿਸ ਕਮਿਸ਼ਨਰ ਸੀ ਜਿਹੜਾ, ਉਹ ਆਪਣਾ ਕੋਈ ਰਿਸ਼ਤੇਦਾਰ ਇਹਨੇ ਨੋਮੀਨੇਟ ਕਰਤਾ। ਦੈਟਸ ਰਾਈਟ ਜੀ। ਸੋ ਇੱਦਾਂ ਦੀਆਂ ਬੜੀਆਂ ਮਿਸਟੇਕ ਸੀ, ਇਹ ਕਰ ਸਕਦੇ ਸੀ, ਉਭਾਰ ਸਕਦੇ ਸੀ, ਪਰ ਇਹਨਾਂ ਨੇ ਇਸ਼ੂ ਤੇ ਚੱਕਿਆ ਹੀ ਨਹੀਂ। ਸੋ ਦੈਨ ਦੇ ਪੇ ਦੀ ਪ੍ਰਾਈਸ ਜੀ। ਸੋ ਇਸ ਵੇਲੇ ਲਿਬਰਲ ਐਨਡੀਪੀ ਦੀ ਪੋਜੀਸ਼ਨ ਤੇ ਬੈਠੀ ਹੋਈ ਹੈ, ਕਿਉਂਕਿ ਲਿਬਰਲਸ ਇੱਕ ਟਾਈਮ 'ਤੇ ਆਪੋਜੀਸ਼ਨ ਪਾਰਟੀ ਸੀਗੀ, ਹੁਣ ਇਸ ਵੇਲੇ ਐਨਡੀਪੀ ਹੈਗੀ ਹੈ। ਸੋ ਕੀ ਲੱਗਦਾ ਤੁਹਾਨੂੰ ਲਿਬਰਲ ਪਾਰਟੀ ਨੂੰ ਕੀ ਕਰਨ ਦੀ ਲੋੜ ਹੈਗੀ ਹੈ ਜਿਸ ਤਰ੍ਹਾਂ ਉਹ ਆਪਣੀ ਪਹਿਲੀ ਪੋਜੀਸ਼ਨ ਤੇ ਵਾਪਸ ਆ ਸਕਣ? ਇਟਸ $1 ਮਿਲੀਅਨ ਕੁਐਸਚਨ। ਇਹ ਤਾਂ ਹੁਣ ਤੁਸੀਂ ਉਹਨਾਂ ਨੂੰ ਲਿਬਰਲ ਵਾਲਿਆਂ ਨੂੰ ਪੁੱਛੋ ਨਾ। ਪਹਿਲਾਂ ਤਾਂ ਹੈਗਾ ਜੀ ਕਿ ਉਹਨਾਂ ਨੂੰ ਆਪਣੇ ਆਪ ਨੂੰ ਡਿਫਰੈਂਸ ਦੱਸਣਾ ਪਊਗਾ ਕਿ ਦੇ ਆਰ ਡਿਫਰੈਂਟ ਦੈਨ ਐਨਡੀਪੀ, ਦੇ ਆਰ ਡਿਫਰੈਂਟ ਦੈਨ ਕੰਜ਼ਰਵੇਟਿਵ। ਇੱਕ ਗੱਲ। ਦੂਸਰੀ, ਉਹਨਾਂ ਨੂੰ ਦੇ ਸ਼ੁੱਡ ਹੈਵ ਬ੍ਰਿੰਗ ਸਮ ਗੁੱਡ ਲੀਡਰ। ਐਂਡ ਤੀਜਾ ਹੈਗਾ ਕਿ ਜਿਹੜੇ ਫੋਰਡ ਨੇ ਆਉਣ ਵਾਲਾ ਟਾਈਮ ਕੋ ਵਧੀਆ ਨਹੀਂ ਆਉਣਾ। ਦੇਰ ਗੋਨਾ ਬੀ ਲੋਟ ਆਫ ਚਾਂਸਿਸ, ਜੇ ਕੋਈ ਚੰਗਾ ਲੀਡਰ ਹੋਏਗਾ ਇਸ਼ੂ ਉਭਾਰੇ ਜਾ ਸਕਦੇ ਆ। ਦੇਰ ਗੋਨਾ ਬੀ ਲੇ ਆਫ ਹੋਣੀਆਂ, ਦੇਰ ਗੋਨਾ ਬੀ ਜਿੰਨੇ ਇਹਨੇ ਪ੍ਰੋਮਿਸ ਕੀਤੇ ਆ, ਪਹਿਲਾਂ ਤਾਂ ਇਹਨੂੰ ਨਾਕਡਾਊਨ ਕਰਨਾ ਚਾਹੀਦਾ ਫੋਰਡ ਨੂੰ, ਜਿੰਨੇ ਇਹਨੇ ਪ੍ਰੋਮਿਸ ਕੀਤੇ ਆ। ਉਹ ਪ੍ਰੋਮਿਸ ਦੇ ਉੱਤੇ ਦੇ ਸ਼ੁੱਡ ਟਾਕ, ਦੇ ਸ਼ੁੱਡ ਲੋਕਾਂ ਨੂੰ ਐਜੂਕੇਟ ਕਰਨ ਤਾਂ ਕਿ ਐਕਸਪੋਜ਼ ਕੀਤਾ ਜਾ ਸਕੇ। ਐਂਡ ਪਲੱਸ ਇਟਸ ਵੈਰੀ ਇੰਪੋਰਟੈਂਟ ਫਾਰ ਦੈਮ ਟੂ ਟੈਲ ਕਿ ਵਾਟਸ ਡਿਫਰੈਂਸ ਦੈਮ ਐਂਡ ਦੀ ਐਨਡੀਪੀ। ਐਨਡੀਪੀ ਦਾ ਏਜੰਡਾ ਛੱਡਣ। ਹੁਣ ਇਸ ਵੇਲੇ ਇੱਥੇ ਇੰਡੀਆ ਇੱਦਾਂ ਓਨਟੇਰੀਓ ਦੇ ਵਿੱਚ, ਐਕਚੁਅਲੀ ਤਾਂ ਮੈਨੂੰ ਲੱਗਦਾ ਹੁਣ ਕੈਨੇਡਾ 'ਚ ਹੀ ਇੱਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਕਿ ਜਿਹੜੇ ਕੰਜ਼ਰਵੇਟਿਵ ਆ ਉਹ ਲਿਬਰਲ ਬਣਦੇ ਜਾ ਰਹੇ ਆ, ਜਿਹੜੇ ਲਿਬਰਲ ਆ ਉਹ ਐਨਡੀਪੀ ਬਣਦੇ ਜਾ ਰਹੇ ਆ। ਐਂਡ ਐਨਡੀਪੀ ਆਈ ਡੋਂਟ ਨੋ, ਐਨਡੀਪੀ ਫਿਰ ਜਾਂ ਉਹ ਜਗਮੀਤ ਦੀ ਤਰ੍ਹਾਂ ਸਮਝੌਤਾ ਹੀ ਕਰ ਲੈਣ। ਜੀ ਜੀ ਨਿਰਮਲ ਜੀ, ਸਵਾਲ ਬਹੁਤ ਨੇ ਪਰ ਅਖੀਰ ਦੇ ਵਿੱਚ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਜਾਣਨਾ ਚਾਹਾਂਗੇ ਕਿ ਕਿੰਨਾ ਜ਼ਰੂਰੀ ਹੈਗਾ ਲਿਬਰਲ ਪਾਰਟੀ ਦੇ ਲੀਡਰ ਦੇ ਕੋਲ ਐਟਲੀਸਟ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਆਪਣੀ ਸੀਟ ਹੋਵੇ, ਕਿਉਂਕਿ ਇਸ ਵੇਲੇ ਉਹਨਾਂ ਕੋਲ ਆਪਣਾ ਆਫੀਸ਼ੀਅਲ ਸਟੇਟਸ ਵੀ ਨਹੀਂ ਹੈਗਾ। ਤੇ ਨਾਲ ਹੀ ਕਿਸ ਤਰ੍ਹਾਂ ਦੇ ਲੀਡਰ ਦੀ ਲਿਬਰਲ ਪਾਰਟੀ ਨੂੰ ਲੋੜ ਹੈਗੀ ਹੈ, ਕਿਸ ਤਰ੍ਹਾਂ ਦੇ ਐਕਸਪੀਰੀਅੰਸ ਦੀ ਉਸ ਲੀਡਰ ਨੂੰ ਲੋੜ ਹੈਗੀ ਹੈ? Well, they should learn from Ford. They should learn from Trudeau. These are the examples. And ਮੇਰੇ ਖਿਆਲ ਅਗਲੀਆਂ ਇਲੈਕਸ਼ਨਾਂ ਵਿੱਚ ਸ਼ਾਇਦ ਜਸਟਿਨ ਟਰੂਡੋ ਲਿਬਰਲ ਦੇ ਤੌਰ ਦੇ ਉੱਤੇ ਲੀਡਰ ਨਹੀਂ ਹੋਊਗਾ, ਪਰ ਦੇ ਹੈਵ ਏ ਪ੍ਰੋਬਲਮ, ਲਿਬਰਲਸ ਹੈਵ ਏ ਪ੍ਰੋਬਲਮ ਟੂ ਫਾਈਂਡ ਏ ਲੀਡਰ ਟੂ ਰਿਪਲੇਸ ਟਰੂਡੋ। ਲਿਬਰਲਸ ਆਰ ਹੈਵਿੰਗ ਏ ਪ੍ਰੋਬਲਮ ਟੂ ਫਾਈਂਡ ਏ ਲੀਡਰ ਫਾਰ ਓਨਟੇਰੀਓ। ਸੋ ਇਹ ਤਾਂ ਹੁਣ ਉਹਨਾਂ ਨੂੰ ਚਾਹੀਦਾ ਕਿ ਕੋਈ ਚੰਗਾ ਬੰਦਾ ਲਿਆਉਣ, ਨਾ ਕਿ ਵੋਟ ਕੈਚਿੰਗ ਪਰਸਨ। ਇਹਦਾ ਤਾਂ ਹੁਣ ਵੀ ਵਿਲ ਸੀ ਹਾਊ ਇਟ ਗੋਜ਼। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਲਿਬਰਲ ਪਾਰਟੀ ਖਤਮ ਹੋ ਜਾਊ। ਖਤਮ ਤਾਂ ਨਹੀਂ ਹੁੰਦੀ, ਪਰ ਦੇਰ ਗੋਨਾ ਬੀ ਲੋਟਸ ਆਫ ਚੈਲੰਜ ਦੇ ਸ਼ੁੱਡ ਐਕਸੈਪਟ ਇਟ ਐਂਡ ਦੇ ਸ਼ੁੱਡ ਕਮ ਆਊਟ। ਜਿਹੜੀ ਕੈਥਰੀਨ ਵੇਨ ਇਹਨਾਂ ਦੀ ਕਰ ਗਈ ਨੁਕਸਾਨ, ਉਹ ਹਾਲੇ ਤੱਕ ਵੀ ਲੋਕੀ ਭੁੱਲੇ ਨਹੀਂ। ਹੁਣ ਤੁਸੀਂ ਦੇਖੋ ਜਿਹੜਾ ਸਟੀਵਨ ਦੀ ਸੀ, ਇਹ ਫੋਰਡ ਉਹਦੀਆਂ ਪਿਕਚਰਾਂ ਕੈਥਰੀਨ ਵੇਨ ਦੇ ਨਾਲ ਲਾਉਂਦਾ ਰਿਹਾ ਕਿ ਜੀ ਉਹਦਾ ਇਹ ਮੰਤਰੀ ਸੀ, ਉਹਦੇ ਨਾਲ ਖੜਦਾ ਰਿਹਾ, ਉਹਦੇ ਸਭ ਕੁਛ ਆਲ ਕਾਈਂਡ ਆਫ ਥਿੰਗਸ। ਦੇ ਹੈਵ ਟੂ ਟੈਲ ਦੀ ਡਿਫਰੈਂਸ, ਦੇ ਹੈਵ ਟੂ ਕਮ ਆਊਟ ਫਰੋਮ ਜਿਹੜਾ ਇਸ ਵੇਲੇ ਲਿਬਰਲ ਏਜੰਡਾ। ਦੇ ਸ਼ੁੱਡ ਬ੍ਰਿੰਗ ਲਿਬਰਲ ਏਜੰਡਾ, ਨਾ ਕਿ ਐਨਡੀਪੀ ਏਜੰਡਾ, ਨਾ ਕਿ ਕੰਜ਼ਰਵੇਟਿਵ ਏਜੰਡਾ। ਐਂਡ ਦੇ ਸ਼ੁੱਡ ਚੈਲੰਜ ਟੂ ਫੋਰਡ। That's the only way to survive. ਜੀ ਜੀ ਨਿਰਮਲ ਢੀਂਡਸਾ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ।
ਸੋ ਐਸੀ ਸਾਡੀ ਖਾਸ ਗੱਲਬਾਤ ਪੋਲੀਟੀਕਲ ਐਨਾਲਿਸਟ ਨਿਰਮਲ ਢੀਂਡਸਾ ਜੀ ਦੇ ਨਾਲ। ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਜਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ।